ਮੱਤੀ ਦੀ ਰਾਈ ਅੰਜੀਲ ਉਹਦਾ 13ਵਾਂ ਬਾਬ। ਉਸੇ ਦਿਨ ਯਿਸੂ ਘਰੋਂ ਨਿਕਲ ਕੇ ਤੇ ਸਮੁੰਦਰ ਦੇ ਕੰਢੇ ਜਾ ਬੈਠਾ ਤੇ ਉਹਦੇ ਕੋਲ ਬੜੀ ਭੀੜ ਇਕੱਠੀ ਹੋ ਗਈ। ਇਸ ਕਰਕੇ ਉਹ ਆਪ ਬੇੜੀ ਉੱਤੇ ਚੜ੍ਹ ਬੈਠਾ ਤੇ ਸਾਰੀ ਭੀੜ ਕੰਢੇ ਉੱਤੇ ਖਲੋਤੀ ਰਹੀ ਤੇ ਤਮਸੀਲਾਂ ਦੇ ਦੇ ਕੇ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਦਸੀਆਂ। ਭਾਈ ਵੇਖੋ, ਇੱਕ ਬੀਜਣ ਵਾਲਾ ਬੀਜਣ ਨੂੰ ਨਿਕਲਿਆ ਤੇ ਉਹਦੇ ਬੀਜਦਿਆਂ ਕੁਝ ਦਾਣੇ ਰਾਹ ਦੇ ਕੰਢੇ ਡਿੱਗ ਪਏ ਤੇ ਪੰਛੀ ਆ ਕੇ ਉਹਨਾਂ ਨੂੰ ਚੁੱਕ ਕੇ ਲੈ ਗਏ। ਤੇ ਹੋਰ ਕੁਝ ਪੱਥਰਾਂ ਵਾਲੀ ਜ਼ਮੀਨ ਉੱਤੇ ਡਿੱਗ ਪਏ, ਜਿੱਥੇ ਉਹਨਾਂ ਨੂੰ ਬਹੁਤ ਮਿੱਟੀ ਨਾ ਮਿਲੀ ਤੇ ਬਹੁਤੀ ਮਿੱਟੀ ਨਾ ਮਿਲਣ ਕਰਕੇ ਉਹ ਛੇਤੀ ਉੱਗ ਪਏ। ਪਰ ਜਦੋਂ ਧੁੱਪ ਚੜ੍ਹੀ ਉਹ ਝੁਲਸ ਗਏ ਤੇ ਜੜ ਨਾ ਹੋਣ ਦੇ ਸਬਬ ਕਰਕੇ ਸੁੱਕ ਗਏ। ਤੇ ਹੋਰ ਕੁਝ ਮਲੀਹਾਂ ਵਿੱਚ ਡਿੱਗੇ ਤੇ ਮਲੀਹਾਂ ਨੇ ਵੱਧ ਕੇ ਉਹਨਾਂ ਨੂੰ ਦਬਾ ਲਿਆ। ਤੇ ਹੋਰ ਕੁਝ ਚੰਗੀ ਜ਼ਮੀਨ ਉੱਤੇ ਡਿੱਗੇ ਤੇ ਫਲ ਦਿੱਤਾ, ਕੁਝ 100 ਗੁਣਾ, ਕੁਝ 60 ਗੁਣਾ, ਕੁਝ 30 ਗੁਣਾ। ਜਿਹਦੇ ਕੰਨ ਹੋਣ ਸੋ ਸੁਣੇ। ਤੇ ਸ਼ਾਗਿਰਦਾਂ ਕੋਲ ਆ ਕੇ ਉਹਨੂੰ ਆਖਿਆ, ਤੂੰ ਤਮਸੀਲਾਂ ਵਿੱਚ ਉਹਨਾਂ ਨਾਲ ਕਿਉਂ ਗੱਲਾਂ ਕਰਨਾ ਹੈ? ਉਸ ਉਹਨਾਂ ਨੂੰ ਜਵਾਬ ਦਿੱਤਾ ਤੇ ਆਖਿਆ, ਅਸਮਾਨ ਦੀ ਬਾਦਸ਼ਾਹੀ ਦੇ ਭੇਤਾਂ ਨੂੰ ਜਾਣ ਲੈਣਾ ਤੁਹਾਨੂੰ ਬਖਸ਼ਿਆ ਗਿਆ ਹੈ, ਪਰ ਇਹਨਾਂ ਨੂੰ ਇਹ ਬਖਸ਼ਿਆ ਨਹੀਂ ਗਿਆ। ਇਸ ਲਈ ਜਿਹਦੇ ਕੋਲ ਉਹਨੂੰ ਦਿੱਤਾ ਜਾਏਗਾ ਤੇ ਉਹਦਾ ਬੜਾ ਵਾਧਾ ਹੋ ਜਾਏਗਾ, ਪਰ ਜਿਹਦੇ ਕੋਲ ਨਹੀਂ ਹੈ ਉਹਦੇ ਕੋਲੋਂ ਉਹ ਵੀ ਜੋ ਕੁਝ ਉਹਦੇ ਕੋਲ ਹੈ ਲੈ ਲਿਆ ਜਾਏਗਾ। ਮੈਂ ਉਹਨਾਂ ਨਾਲ ਤਮਸੀਲਾਂ ਵਿੱਚ ਇਸ ਲਈ ਗੱਲਾਂ ਕਰਨਾ ਭਈ ਉਹ ਵੇਖਦੇ ਹੋਏ ਨਹੀਂ ਵੇਖਦੇ ਤੇ ਸੁਣਦੇ ਹੋਏ ਨਹੀਂ ਸੁਣਦੇ ਤੇ ਨਾ ਸਮਝਦੇ ਨੇ। ਤੇ ਉਹਨਾਂ ਉੱਤੇ ਈਸਾਇਆ ਦੀ ਨਬੂਵਤ ਪੂਰੀ ਹੋਈ, ਭਈ ਕੰਨਾਂ ਨਾਲ ਤੇ ਸੁਣੋਗੇ ਪਰ ਕਦੇ ਵੀ ਨਹੀਂ ਸਮਝੋਗੇ, ਤੇ ਵੇਖਦੇ ਹੋਏ ਵੇਖੋਗੇ ਪਰ ਕਦੇ ਵੀ ਨਹੀਂ ਬੁੱਝੋਗੇ। ਕਿਉਂ ਜੋ ਇਸ ਕੌਮ ਦਾ ਦਿਲ ਮੋਟਾ ਹੋ ਗਿਆ ਹੈ ਤੇ ਕੰਨਾਂ ਤੋਂ ਉਹ ਉੱਚਾ ਸੁਣਦੇ ਨੇ ਤੇ ਉਹਨਾਂ ਆਪਣੀਆਂ ਅੱਖਾਂ ਮੀਟ ਲਈਆਂ ਨੇ। ਕਿਤੇ ਇਹ ਨਾ ਹੋਵੇ ਭਈ ਅੱਖੀਆਂ ਨਾਲ ਵੇਖਣ ਤੇ ਕੰਨਾਂ ਨਾਲ ਸੁਣਨ ਤੇ ਦਿਲ ਨਾਲ ਸਮਝਣ ਤੇ ਪਰਤ ਆਉਣ ਤੇ ਮੈਂ ਉਹਨਾਂ ਨੂੰ ਵੱਲ ਕਰ ਦਿਆਂ। ਪਰ ਧੰਨ ਨੇ ਤੁਹਾਡੀਆਂ ਅੱਖੀਆਂ ਕਿਉਂ ਜੋ ਉਹ ਵੇਖਦੀਆਂ ਨੇ ਤੇ ਤੁਹਾਡੇ ਕੰਨ ਕਿਉਂ ਜੋ ਉਹ ਸੁਣਦੇ ਨੇ। ਇਸ ਲਈ ਭਈ ਮੈਂ ਤੁਹਾਨੂੰ ਸੱਚ ਆਖਣਾ, ਭਈ ਬਥੇਰੇ ਨਬੀ ਤੇ ਨੇਕ ਬੰਦੇ ਇਸ ਗੱਲ ਦੀ ਚਾਹ ਕਰਦੇ ਗਏ ਭਈ ਜੋ ਕੁਝ ਤੁਸੀਂ ਵੇਖਦੇ ਹੋ ਵੇਖਣ, ਪਰ ਉਹਨਾਂ ਨਹੀਂ ਵੇਖਿਆ। ਤਾਂ ਜੋ ਕੁਝ ਤੁਸੀਂ ਸੁਣਦੇ ਹੋ ਸੁਣਨ, ਪਰ ਨਹੀਂ ਸੁਣਿਆ। ਸੋ ਤੁਸੀਂ ਬੀਜਣ ਵਾਲੇ ਦੀ ਤਮਸੀਲ ਸੁਣੋ। ਜਦ ਕੋਈ ਬਾਦਸ਼ਾਹੀ ਦਾ ਕਲਾਮ ਸੁਣਦਾ ਤੇ ਸਮਝਦਾ ਨਹੀਂ, ਤਦੋਂ ਉਹਦੇ ਮਨ ਵਿੱਚ ਜੋ ਕੁਝ ਬੀਜਿਆ ਹੋਇਆ ਉਹ ਬੁਰਾ ਆ ਕੇ ਖੋਹ ਲੈ ਜਾਂਦਾ ਹੈ। ਇਹ ਉਹ ਜਿਹੜਾ ਰਾਹ ਦੇ ਕੰਢੇ ਬੀਜਿਆ ਗਿਆ ਸੀ। ਤੇ ਜਿਹੜਾ ਪਥਰੀਲੀ ਜ਼ਮੀਨ ਵਿੱਚ ਬੀਜਿਆ ਗਿਆ ਸੋ ਉਹ ਹੈ ਜਿਹੜਾ ਕਲਾਮ ਸੁਣਦਾ ਤੇ ਝੱਟ ਖੁਸ਼ੀ ਨਾਲ ਉਹਨੂੰ ਮੰਨ ਲੈਂਦਾ ਹੈ। ਉਹ ਤੇ ਆਪਣੇ ਵਿੱਚ ਜੜ ਨਹੀਂ ਰੱਖਦਾ, ਪਰ ਥੋੜ੍ਹਾ ਚਿਰ ਰਹਿੰਦਾ ਹੈ ਤੇ ਕਲਾਮ ਦੇ ਸਬਬ ਦੁੱਖ ਜਾਂ ਜ਼ੁਲਮ ਹੁੰਦਿਆਂ ਹੀ ਝਾਟੋ ਟੋਕਰ ਖਾਂਦਾ ਹੈ। ਤੇ ਉਹ ਜਿਹੜਾ ਮਲੀਹਾਂ ਵਿੱਚ ਬੀਜਿਆ ਗਿਆ ਸੋ ਉਹ ਹੈ ਜਿਹੜਾ ਕਲਾਮ ਸੁਣਦਾ ਹੈ ਤੇ ਜ਼ਮਾਨੇ ਦੀ ਸੋਚ, ਫਿਕਰ ਤੇ ਦੌਲਤ ਦਾ ਧੋਖਾ ਕਲਾਮ ਨੂੰ ਦਬਾ ਲੈਂਦਾ ਹੈ ਤੇ ਉਹ ਅਫਲ ਹੋ ਜਾਂਦਾ ਹੈ। ਤੇ ਉਹ ਜਿਹੜਾ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ ਸੋ ਉਹ ਹੈ ਜਿਹੜਾ ਕਲਾਮ ਸੁਣਦਾ ਤੇ ਸਮਝਦਾ ਹੈ। ਉਹ ਜ਼ਰੂਰ ਫਲ ਲਿਆਉਂਦਾ ਹੈ ਤੇ ਪੈਦਾਵਾਰੀ ਦਿੰਦਾ ਹੈ, ਕੋਈ 100 ਗੁਣਾ, ਕੋਈ 60 ਗੁਣਾ, ਕੋਈ 30 ਗੁਣਾ। ਉਸ ਹੋਰ ਇੱਕ ਤਮਸੀਲ ਲੈ ਕੇ ਉਹਨਾਂ ਨੂੰ ਆਖਿਆ, ਭਈ ਅਸਮਾਨ ਦੀ ਬਾਦਸ਼ਾਹੀ ਉਸ ਬੰਦੇ ਵਾਂਗਰ ਹੈ ਜਿਸ ਆਪਣੀ ਪੈਲੀ ਵਿੱਚ ਚੰਗਾ ਬੀਜ ਬੀਜਿਆ। ਪਰ ਜਦ ਲੋਕ ਸੌਂ ਗਏ ਤਦ ਉਹ ਵੈਰੀ ਆਇਆ ਤੇ ਕਣਕ ਦੇ ਵਿੱਚ ਕੋੜੇ ਦਾਣੇ ਵੀ ਬੀਜ ਕੇ ਟੁਰ ਗਿਆ। ਤੇ ਜਦ ਅੰਗੂਰੀ ਨਿਕਲੀ ਤੇ ਸਿੱਟੇ ਲੱਗੇ ਤਦ ਕੋੜਾ ਬੂਟਾ ਵੀ ਦਿਸ ਪਿਆ। ਤਦ ਨੌਕਰਾਂ ਘਰ ਦੇ ਮਾਲਕ ਕੋਲ ਜਾ ਕੇ ਉਹਨੂੰ ਆਖਿਆ, ਐ ਖੁਦਾਵੰਦ, ਤੂੰ ਆਪਣੀ ਪੈਲੀ ਵਿੱਚ ਚੰਗਾ ਬੀਜ ਨਹੀਂ ਸੀ ਬੀਜਿਆ, ਫਿਰ ਕੋੜੇ ਬੂਟੇ ਕਿੱਥੋਂ ਆਏ? ਉਸ ਉਹਨਾਂ ਨੂੰ ਆਖਿਆ
ਕਿਸੇ ਵੈਰੀ ਬੰਦੇ ਇਹ ਕੰਮ ਕੀਤਾ ਹੈ। ਨੌਕਰ ਉਹਨੂੰ ਆਖਣ ਲੱਗੇ, ਮਰਜ਼ੀ ਹੋਵੇ ਤੇ ਅਸੀਂ ਜਾ ਕੇ ਉਹਨਾਂ ਨੂੰ ਇਕੱਠਾ ਕਰੀਏ। ਉਸ ਆਖਿਆ, ਭਈ ਨਾ, ਕਿਤੇ ਐਵੇਂ ਨਾ ਹੋਵੇ ਭਈ ਕੋੜੇ ਬੂਟਿਆਂ ਨੂੰ ਇਕੱਠਿਆਂ ਕਰਦਿਆਂ ਤੁਸੀਂ ਕਣਕ ਨੂੰ ਵੀ ਉਹਦੇ ਨਾਲ ਹੀ ਪੁੱਟ ਲਵੋ। ਵਾਢੀ ਤੀਕਰ ਦੋਹਾਂ ਨੂੰ ਰਲੇ ਮਿਲੇ ਵਧਣ ਦਿਓ, ਤੇ ਵਾਢੀ ਦੇ ਵੇਲੇ ਮੈਂ ਵੱਢਣ ਵਾਲਿਆਂ ਨੂੰ ਆਖਾਂਗਾ ਭਈ ਕੋੜੇ ਬੂਟੀਆਂ ਨੂੰ ਪਹਿਲਾਂ ਇਕੱਠਾ ਕਰੋ ਤੇ ਸਾੜਨ ਲਈ ਉਹਨਾਂ ਦੀਆਂ ਭਰੀਆਂ ਬਣਾ ਦਿਓ, ਤੇ ਕਣਕ ਨੂੰ ਮੇਰੀ ਕੋਠੀ ਵਿੱਚ ਜਮ੍ਹਾਂ ਕਰੋ। ਉਸ ਇੱਕ ਹੋਰ ਤਮਸੀਲ ਦਿੱਤੀ ਤੇ ਉਹਨਾਂ ਨੂੰ ਆਖਿਆ, ਭਈ ਅਸਮਾਨ ਦੀ ਬਾਦਸ਼ਾਹੀ ਉਸ ਰਾਈ ਦੇ ਦਾਣੇ ਵਾਂਗਰ ਹੈ, ਜਿਹਨੂੰ ਇੱਕ ਬੰਦੇ ਲੈ ਕੇ ਆਪਣੀ ਪੈਲੀ ਵਿੱਚ ਬੀਜਿਆ, ਤੇ ਬੇਸ਼ੱਕ ਸਭਨਾ ਬੀਆਂ ਨਾਲੋਂ ਨਿੱਕਾ, ਪਰ ਜਦੋਂ ਉਹ ਵੱਧ ਜਾਂਦਾ ਹੈ ਉਹ ਸਬਜ਼ੀਆਂ ਨਾਲੋਂ ਵੱਡਾ ਹੋ ਜਾਂਦਾ ਹੈ ਤੇ ਰੁੱਖ ਬਣ ਕੇ ਜਾਂਦਾ ਹੈ। ਇੱਥੋਂ ਤੀਕ ਭਈ ਅਸਮਾਨ ਦੇ ਪਖੇਰੂ ਆ ਕੇ ਉਹਦੀਆਂ ਟਹਿਣੀਆਂ ਵਿੱਚ ਆਲਣੇ ਬਣਾਉਂਦੇ ਨੇ। ਉਸ ਉਹਨਾਂ ਨੂੰ ਇੱਕ ਹੋਰ ਤਮਸੀਲ ਆਖੀ, ਭਈ ਅਸਮਾਨ ਦੀ ਬਾਦਸ਼ਾਹੀ ਖਮੀਰ ਵਾਂਗਰ ਹੈ, ਜਿਹਨੂੰ ਇੱਕ ਜ਼ਨਾਨੀ ਨੇ ਲੈ ਕੇ ਆਟੇ ਦੇ 3 ਟੋਪੀਆਂ ਵਿੱਚ ਰਲਾ ਛੱਡਿਆ। ਇੱਥੋਂ ਤੀਕਰ ਭਈ ਸਾਰਾ ਖਮੀਰ ਹੋ ਗਿਆ। ਇਹ ਸਾਰੀਆਂ ਗੱਲਾਂ ਯਿਸੂ ਤਮਸੀਲਾਂ ਨਾਲ ਲੋਕਾਂ ਨੂੰ ਆਖੀਆਂ, ਤੇ ਤਮਸੀਲ ਬਿਨਾਂ ਉਹਨਾਂ ਨੂੰ ਕੁਝ ਨਾ ਆਖਿਆ, ਤਾਂ ਜੋ ਕੁਝ ਨਬੀ ਦੀ ਰਾਹੀਂ ਆਖਿਆ ਗਿਆ ਉਹ ਪੂਰਾ ਹੋਏ। ਭਈ ਮੈਂ ਤਮਸੀਲਾਂ ਨਾਲ ਮੂੰਹ ਖੋਲਾਂਗਾ, ਮੈਂ ਤੇ ਉਹ ਗੱਲਾਂ ਮੂੰਹ ਕੱਢਾਂਗਾ ਜਿਹੜੀਆਂ ਦੁਨੀਆ ਦੇ ਮੁੱਢੋਂ ਲੁਕੀਆਂ ਹੋਈਆਂ ਸਨ। ਤਦ ਉਹ ਭੀੜ ਨੂੰ ਛੱਡ ਕੇ ਘਰ ਦੇ ਅੰਦਰ ਗਿਆ, ਤੇ ਉਹਦੇ ਸ਼ਾਗਿਰਦਾਂ ਉਹਦੇ ਕੋਲ ਆ ਕੇ ਆਖਿਆ, ਭਈ ਪੈਲੀ ਦੇ ਕੋੜੇ ਬੂਟਿਆਂ ਦੀ ਤਮਸੀਲ ਸਾਨੂੰ ਖੋਲ ਕੇ ਦੱਸ। ਉਸ ਜਵਾਬ ਦਿੱਤਾ, ਚੰਗੇ ਬੀਜ ਦਾ ਬੀਜਣ ਵਾਲਾ ਇਬਨ ਆਦਮ ਹੈ, ਤੇ ਪੈਲੀ ਦੁਨੀਆ ਹੈ। ਜਿਹੜਾ ਚੰਗਾ ਬੀਜ ਉਹ ਬਾਦਸ਼ਾਹੀ ਦੇ ਪੁੱਤਰ ਨੇ, ਤੇ ਕੋੜੇ ਬੂਟੇ ਬੁਰੇ ਦੇ ਪੁੱਤਰ ਨੇ। ਤੇ ਉਹ ਵੈਰੀ ਜਿਸ ਉਹਨਾਂ ਨੂੰ ਬੀਜ ਦਿੱਤਾ ਸੀ ਅਬਲੀਸ ਹੈ। ਵਾਢੀ ਦਾ ਵੇਲਾ ਜ਼ਮਾਨੇ ਦਾ ਅਖੀਰ ਹੈ, ਤੇ ਵੱਢਣ ਵਾਲੇ ਫਰਿਸ਼ਤੇ ਨੇ। ਸੋ ਜਿਵੇਂ ਕੋੜੇ ਬੂਟੇ ਇਕੱਠੇ ਕਰਕੇ ਅੱਗ ਵਿੱਚ ਫੋਕੇ ਜਾਂਦੇ ਨੇ, ਅਜਿਹਾ ਹੀ ਜ਼ਮਾਨੇ ਦੇ ਅਖੀਰ ਨੂੰ ਹੋਵੇਗਾ। ਇਬਨ ਆਦਮ ਆਪਣੇ ਫਰਿਸ਼ਤਿਆਂ ਨੂੰ ਘੱਲੇਗਾ, ਤੇ ਉਹ ਉਹਦੀ ਬਾਦਸ਼ਾਹੀ ਵਿੱਚੋਂ ਸਾਰੀਆਂ ਠੋਕਰ ਖਵਾਉਣ ਵਾਲੀਆਂ ਸ਼ੈਵਾਂ ਤੇ ਬਦਕਾਰਾਂ ਨੂੰ ਇਕੱਠਿਆਂ ਕਰਨਗੇ, ਤੇ ਉਹਨਾਂ ਨੂੰ ਭਖਦੀ ਭੱਟੀ ਵਿੱਚ ਸੁੱਟ ਦੇਣਗੇ। ਉੱਥੇ ਰੋਣਾ ਤੇ ਕਚੀਚੀਆਂ ਵਟਣਾ ਹੋਵੇਗਾ। ਤਦ ਨੇਕ ਲੋਕ ਆਪਣੇ ਬਾਪ ਦੀ ਬਾਦਸ਼ਾਹੀ ਵਿੱਚ ਸੂਰਜ ਵਾਂਗੂ ਚਮਕਣਗੇ। ਜਿਹਦੇ ਕੰਨ ਹੋਣ ਸੋ ਸੁਣੇ। ਅਸਮਾਨ ਦੀ ਬਾਦਸ਼ਾਹੀ ਇੱਕ ਖਜ਼ਾਨੇ ਵਾਂਗੂ ਹੈ, ਜਿਹੜਾ ਪਹਿਲੀ ਵਿੱਚ ਲੁਕਾਇਆ ਹੋਇਆ ਸੀ, ਤੇ ਉਹਨੂੰ ਕਿਸੇ ਸ਼ਖਸ ਲੱਭ ਕੇ ਲੁਕਾ ਰੱਖਿਆ। ਤਦ ਖੁਸ਼ੀ ਦੇ ਮਾਰੇ ਉਸ ਆਪਣਾ ਸਭ ਕੁਝ ਜਾ ਕੇ ਵੇਚ ਦਿੱਤਾ, ਤੇ ਉਸ ਪੈਲੀ ਨੂੰ ਮੁੱਲ ਲੈ ਲਿਆ। ਫਿਰ ਅਸਮਾਨ ਦੀ ਬਾਦਸ਼ਾਹੀ ਇੱਕ ਵਪਾਰੀ ਵਾਂਗੂ ਹੈ, ਜਿਹੜਾ ਚੰਗੇ ਮੋਤੀਆਂ ਨੂੰ ਲੱਭਦਾ ਫਿਰਦਾ ਸੀ। ਜਦ ਉਹਨੂੰ ਇੱਕ ਵੱਡੇ ਮੁੱਲ ਦਾ ਮੋਤੀ ਲੱਭ ਗਿਆ, ਤਦ ਉਸ ਆਪਣਾ ਸਭ ਕੁਝ ਵੇਚਿਆ ਤੇ ਉਹਨੂੰ ਮੁੱਲ ਲੈ ਲਿਆ। ਫਿਰ ਅਸਮਾਨ ਦੀ ਬਾਦਸ਼ਾਹੀ ਉਸ ਜਾਲ ਵਾਂਗੂ ਹੈ, ਜਿਹੜਾ ਸਮੁੰਦਰ ਵਿੱਚ ਸੁੱਟਿਆ ਗਿਆ ਤੇ ਸਾਰੀਆਂ ਜਿਨਸਾਂ ਇਕੱਠੀਆਂ ਕਰ ਲਿਆਉਂਦੀਆਂ ਹੈ। ਜਦ ਉਹ ਭਰ ਗਿਆ, ਤਦ ਉਹਨਾਂ ਨੂੰ ਕੰਢੇ ਉੱਤੇ ਲਿਆਂਦਾ ਤੇ ਬਹਿ ਕੇ ਚੰਗੀਆਂ ਨੂੰ ਭਾਂਡਿਆਂ ਵਿੱਚ ਜਮ੍ਹਾਂ ਕੀਤਾ ਤੇ ਨਿਕੰਮਿਆਂ ਨੂੰ ਸੁੱਟ ਛੱਡਿਆ। ਜ਼ਮਾਨੇ ਦੇ ਅਖੀਰ ਵਿੱਚ ਇਸੇ ਤਰ੍ਹਾਂ ਹੋਵੇਗਾ। ਫਰਿਸ਼ਤੇ ਨਿਕਲਣਗੇ ਤੇ ਬੁਰੀਆਂ ਨੂੰ ਨੇਕਾਂ ਤੋਂ ਅੱਡ ਕਰਨਗੇ, ਤੇ ਉਹਨਾਂ ਨੂੰ ਭਖਦੀ ਭੱਠੀ ਵਿੱਚ ਸੁੱਟ ਦੇਣਗੇ। ਉੱਥੇ ਰੋਣਾ ਤੇ ਕਚੀਚੀਆਂ ਵਟਣਾ ਹੋਵੇਗਾ। ਇਹ ਸਾਰੀਆਂ ਗੱਲਾਂ ਤੁਸੀਂ ਸਮਝ ਲਈਆਂ ਨਹੀਂ। ਉਹਨਾਂ ਨੂੰ ਆਖਿਆ, ਹਾਂ। ਉਹਨਾਂ ਨੂੰ ਆਖਿਆ, ਇਸ ਕਰਕੇ ਹਰ ਇੱਕ ਫਕੀਰ ਜਿਹੜਾ ਅਸਮਾਨ ਦੀ ਬਾਦਸ਼ਾਹੀ ਦਾ ਸ਼ਾਗਿਰਦ ਬਣ ਗਿਆ ਏ, ਉਸ ਘਰ ਦੇ ਮਾਲਕ ਵਾਂਗੂ ਏ, ਜਿਹੜਾ ਆਪਣੇ ਖਜ਼ਾਨੇ ਵਿੱਚ ਨਵੀਆਂ ਤੇ ਪੁਰਾਣੀਆਂ ਸ਼ੈਵਾਂ ਕੱਢ ਲਿਆਉਂਦਾ ਏ। ਤੇ ਐਵੇਂ ਹੋਇਆ ਭਈ ਜਦ ਯਿਸੂ ਇਹ ਤਮਸੀਲਾਂ ਮੁਕਾਈਆਂ, ਤਦ ਉਹ ਉੱਥੋਂ ਟੁਰ ਪਿਆ ਤੇ ਆਪਣੇ ਵਤਨ ਵਿੱਚ ਆ ਕੇ ਉਹਨਾਂ ਦੇ ਇਬਾਦਤਖਾਨੇ ਵਿੱਚ
ਅਜਿਹੀ ਤਾਲੀਮ ਦਿੰਦਾ ਸੀ। ਭਈ ਉਹ ਹੈਰਾਨ ਹੋ ਗਏ ਤੇ ਆਖਣ ਲੱਗੇ, ਭਈ ਇਹਨੂੰ ਇਹ ਦਨਾਈ ਤੇ ਇਹ ਕਰਾਮਾਤਾਂ ਕਿੱਥੋਂ ਆ ਗਈਆਂ? ਇਹ ਤਰਖਾਨ ਦਾ ਪੁੱਤਰ ਨਹੀਂ ਹੈ? ਤੇ ਉਹਦੀ ਮਾਂ ਨੂੰ ਮਰੀਮ ਨਹੀਂ ਆਖਦੇ? ਤੇ ਉਹਦੇ ਭਰਾ ਯਕੂਬ ਤੇ ਯੂਸਫ ਤੇ ਸ਼ਮਾਉਨ ਤੇ ਯਹੂਦਾ ਨਹੀਂ? ਤੇ ਉਹਦੀਆਂ ਸਾਰੀਆਂ ਭੈਣਾਂ ਸਾਡੇ ਕੋਲ ਨਹੀਂ? ਫਿਰ ਉਹਨੂੰ ਇਹ ਸਭ ਕੁਝ ਕਿੱਥੋਂ ਆ ਗਿਆ? ਤੇ ਉਹਨਾਂ ਉਹਦੇ ਕੋਲੋਂ ਠੋਕਰ ਖਾਧੀ। ਪਰ ਯਿਸੂ ਉਹਨਾਂ ਨੂੰ ਆਖਿਆ, ਭਈ ਨਬੀ ਆਪਣੇ ਵਤਨ ਤੇ ਆਪਣੇ ਘਰ ਦੇ ਬਿਨਾਂ ਕਿੱਥੇ ਬੇਕਦਰ ਨਹੀਂ ਹੁੰਦੇ। ਤੇ ਉਹਨਾਂ ਦੇ ਬੇਈਮਾਨੀ ਦੇ ਸਬਬ ਉੱਥੇ ਬਥੇਰੀਆਂ ਕਰਾਮਾਤਾਂ ਨਾ ਕੀਤੀਆਂ। ਆਮੀਨ।